ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। परम सन्मान आवर साहिब कमाल बारगाहे इनायत के मालक कलयुगी जीवों के उद्धार करता साहिब सहाबा जोत रूप हर आप महिमा दे मालक तन 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 गुरु पिता श्री गुरुदेव गुरु ग्रंथ साहिब जी दे महान बरकतमयी इनायतमयी श्री चरण कमलां च विराजमान गुरु प्यारी साध संगत गुरुदेव जी दी महान इनायत दा सदका साडे सारियां दे सिर ते मेहरमतमई रखे हत्थ दा सदका जीवन दा अज दा दिन भी प्राप्त होया और इस नवे दिन दी जो नवे जन्म समान है शाम अजीज़ुल नवाज गनीमुल खराज बादशाह गुरु गोबिंद सिंह साहिब जी दे चरण कमलों की खाक दे नाम करना नसीब होया। सतगुरु जी की मेहर सदका सोदर चौंकी दे कीर्तन हर कीरत हमरी रहरास आरती अरदास ते फिर सदाए खास महाराज जी दे पावन हुक्मनामे कोई जन हर स्यों देवै जोर चरण गहों बकों शुभ रसना दीजै प्राण अकोर अपनी झोली विच पवाए हन कुछ समा होर साहिब कमाल मेरियां पीरियां दे दाते छेवें गुरु नानक गुरु हरगोबिंद साहिब जी दे मुबारक जीवन दर्शन बाबाणियाँ कहानियाँ गुरु इतिहास विचार राही गुरु दीदार दी प्राप्ति हो सके एकाग्रता अदब ते आनंद दी दात झोली च पै सके इसलिए जितने माता भराता हाजरीन हाज़री भर रहे हो पेशतर दोवां हत्थां नूं हिरदे दे सामने जोड़दियां नेत्र बंद करके ऐसा गहराई तो महसूस करिए कि साडा सीस गुरु हरगोबिंद साहिब जी दे चरण कमलां ते टिकिया है ते साहिब जियां ने मेहर भरिया हथ साढ़े सिर ते रखिया होया। गुरुदेव जी दे शब्द रूपी कदमां नूं गलवकड़ी करदियां चरण चुमदियां होया गुरु की अमृत फतेह द्वारा सांझ बनाइए। वाहिगुरु जी का खालसा वाहिगुरु जी की फतेह। कल तक सरवण करदियां इतना अपने प्रेम सहित सरवण किया कि गुरु हरगोबिंद साहिब जी महाराज कांगड़पुर तो भाई जोध राय जी नूं उन्हां दे संगियां साथियां नूं बाबा जी तुहानूं माइक दे दईए तुसीं उंज ही बोली जांदे हो। बैठ जाओ गुरमुखो बैठ जाओ बैठ जाओ। और गुरु के महान नवाजे हुए गुरसिख भाई साधु जी भाई रूपचंद जी
ਉਹਨਾਂ ਸਾਰਿਆਂ ਦੇ ਸੇਜਲ ਨੇਤਰ ਛੱਡ ਕੇ ਬਿਰਹਾ ਕੁੰਠੇ ਹਿਰਦਿਆਂ ਨੂੰ ਧੀਰਜ ਦੇ ਕੇ ਮਹਾਰਾਜ ਸ੍ਰੀ ਕਰਤਾਰਪੁਰ ਸਾਹਿਬ ਵੱਲ ਨੂੰ ਪਧਾਰੇ ਹਨ। ਰਸਤੇ ਵਿੱਚ ਜ਼ਿਲ੍ਹਾ ਲੁਧਿਆਣਾ ਵਿੱਚ ਪੈਂਦਾ ਨਗਰ ਗੁੱਜਰਵਾਲ ਆਇਆ। ਸ਼ਾਮ ਹੋ ਗਈ ਸੀ। ਮਹਾਰਾਜ ਜੀ ਨੇ ਉੱਥੇ ਪੜਾਅ ਕੀਤਾ। ਬਹੁਤ ਸਾਰੀਆਂ ਸੰਗਤਾਂ ਨੂੰ ਖਬਰ ਹੋਈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਪਧਾਰੇ ਹਨ। ਉਹਨਾਂ ਨੂੰ ਚਾਅ ਚੜ੍ਹਿਆ। ਉਹਨਾਂ ਨੇ ਸੋਚਿਆ ਬਈ ਘਰ ਵਿੱਚ ਹੀ ਮਹਾਰਾਜ ਜੀ ਦੀ ਚਰਨ ਗੰਗਾ ਆ ਪਹੁੰਚੀ ਹੈ ਅਤੇ ਝਟਪਟ ਇਸ ਵਿੱਚ ਇਸ਼ਨਾਨ ਕੀਤਾ ਜਾਵੇ, ਕਿਉਂਕਿ ਮਹਾਰਾਜ ਜੀ ਦੀ ਆਮਦ ਦੀ ਪਹਿਲੇ ਕੋਈ ਖਬਰ ਨਹੀਂ ਸੀ। ਇਸ ਲਈ ਜੋ ਜਿਸ ਦੇ ਸਾਹਮਣੇ ਨਜ਼ਰ ਆਇਆ, ਦੁੱਧ, ਦਹੀਂ, ਘਿਓ, ਮੱਖਣ, ਅਨਾਜ, ਪੈਸਾ, ਟਕਾ, ਹੋਰ ਜੋ ਸਾਜੋ ਸਮਾਨ, ਬਸਤਰ ਆਦਿਕ, ਉਹ ਸਤਿਗੁਰੂ ਜੀ ਨੂੰ ਅਰਪਣ ਕਰਨ ਵਾਸਤੇ ਲੈ ਲੈ ਕੇ ਪਹੁੰਚੇ। ਔਰ ਇੱਥੇ ਦਾ ਇੱਕ ਬਹੁਤ ਪ੍ਰਫੁੱਲਿਤ ਹੋਇਆ ਕਿਸਾਨ ਸੀ, ਰਾਹਕ, ਖੇਤੀਬਾੜੀ ਕਰਨ ਵਾਲਾ, ਚੰਗੀ ਵੱਡੀ ਜਾਗੀਰ ਦਾ ਮਾਲਕ, ਨਾਮ ਫਤੂਹੀ ਕਰਕੇ ਇਸ ਦਾ ਆਇਆ। ਇਹ ਵੀ ਮਹਾਰਾਜ ਜੀ ਦੇ ਦਰਸ਼ਨ ਲਈ ਮਨ ਵਿੱਚ ਮੋਦ ਪੈਦਾ ਕਰਕੇ ਪ੍ਰਸੰਨ ਹੋ ਕੇ ਅਤੇ ਚੰਗੀਆਂ ਭੇਟਾਵਾਂ ਲੈ ਕੇ ਮਹਾਰਾਜ ਜੀ ਦੇ ਦਰਸ਼ਨ ਲਈ ਆਇਆ। ਸੋਹਣੀ ਕਲਗੀ ਇਸਨੇ ਲਗਾਈ ਹੋਈ ਸੀ, ਚੰਗੇ ਨਾਲ ਨੌਜਵਾਨ ਘੋੜਸਵਾਰ, ਔਰ ਹੱਥ 'ਤੇ ਇਸਨੇ ਬਾਜ ਵੀ ਬਿਠਾਇਆ ਹੋਇਆ ਸੀ। ਉਹਨਾਂ ਦਿਨਾਂ ਵਿੱਚ ਖੇਡ ਬਿਰਤ ਕਰਨ ਵਾਸਤੇ ਜਿੱਥੇ ਨਾਲ ਚੰਗੇ ਸ਼ਿਕਾਰੀ ਕੁੱਕਰ ਆਦਿਕ ਰੱਖਦੇ ਸਨ, ਉੱਥੇ ਨਾਲ ਬਾਜ਼ ਵੀ ਰੱਖਦੇ ਸਨ। ਔਰ ਬਾਜ਼ ਇੱਕ ਸੱਤਾਧਾਰੀ ਹੋਣ ਦਾ ਪ੍ਰਤੀਕ ਵੀ ਸੀ। ਇਸ ਢੰਗ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਦੇ ਗੁੱਜਰਵਾਲ ਗੁਰੂ ਸਰ ਦੇ ਕੋਲ ਚਰਨ ਪਏ ਹਨ। ਬਹੁਤ ਸੋਹਣਾ ਭਾਈ ਸਾਹਿਬ ਜੀ ਨੇ ਲਿਖਿਆ ਹੈ, ਸਰਵਣ ਕਰੀਏ। ਪੇਸ਼ਤਰ ਆਪਣੀ ਰਸਨਾ 'ਤੇ ਗੁਰੂ ਸਾਹਿਬ ਜੀ ਦੇ ਚਰਨ ਪਵਾਉਂਦਿਆਂ ਹੋਇਆਂ ਮਹਾਰਾਜ ਜੀ ਦਾ ਨਾਮ ਉਚਾਰਨ ਕਰੋ। ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਇੱਕ ਵਾਰੀ ਫਿਰ ਸਾਰੇ ਆਖੋ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਹਾਂਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਗੰਗਾ ਕਰ ਮੈਂ ਪੀ ਪ੍ਰਾਪਤ। ਇਸ ਤਰ੍ਹਾਂ ਇਹ ਤਾਂ ਚਰਨ ਗੰਗਾ ਮਹਾਰਾਜ ਜੀ ਦੀ ਘਰ ਵਿੱਚ ਹੀ ਆ ਗਈ। ਗੰਗਾ ਤੋਂ ਮੁਰਾਦ ਹੈ ਪਵਿੱਤਰ ਧਾਰਾ, ਪਵਿੱਤਰ ਪ੍ਰਵਾਹ। ਬੜਾ ਸੋਹਣਾ ਇੱਕ ਆਲਮ ਨੇ ਇਸ ਦਾ ਖੁਲਾਸਾ ਕਰਦਿਆਂ ਲਿਖਿਆ। ਉਹ ਕਹਿੰਦਾ, ਇੱਕ ਗੰਗਾ ਇੱਕ ਰਾਤ ਦੇ ਪ੍ਰਾਹੁਣੇ ਪਰਵਾਨੇ ਦੇ ਪਿਆਰ 'ਚੋਂ ਨਿਕਲੀ। ਉਸ ਗੰਗਾ ਵਿੱਚ ਇਸ਼ਨਾਨ ਕਰਕੇ ਅਤੇ ਪਰਵਾਨਾ ਆਪਣਾ ਜੀਵਨ ਸਦਕੇ ਕਰ ਗਿਆ। ਇੱਕ ਗੰਗਾ ਇੱਕ ਰਾਤ ਦੇ ਪ੍ਰਾਹੁਣੇ ਪਰਵਾਨੇ ਦੇ ਪਿਆਰ 'ਚੋਂ ਨਿਕਲੀ। ਇੱਕ ਗੰਗਾ ਸ਼ਿਵ ਜੀ ਦੇ ਕੇਸੋਂ ਇੱਕ ਖੰਡੇ ਦੀ ਧਾਰ 'ਚੋਂ ਨਿਕਲੀ। ਇਹ ਸਾਰੇ ਬਹਾਓ ਨੇ, ਪਵਿੱਤਰ ਬਹਾਓ। ਭਾਗੀਰਥੀ ਗੰਗਾ ਜੋ ਜਿੱਥੇ ਮਹਾਰਾਜ ਨੇ ਕੰਗਣ ਪਾਏ ਨੇ ਆਪਣੇ, ਗੰਗਾ ਦੀਆਂ ਸੁੰਨੀਆਂ ਕਲਾਈਆਂ ਨੂੰ ਸੁਹਾਗਣ ਵਰਗਾ ਬਣਾ ਦਿੱਤਾ।
ये भागीरथी गंगा है। एक गंगा शिव जी दे केसों एक खंडे दी तार चों निकली, एक प्रवाह अमृत दा गुरु गोबिंद सिंह जी दे खंडे चों प्रगट होया। इसनों भी अमृत दी गंगा आख्या जा सकदा। एक गंगा अरदास चों निकली, गुरु चरनां विच सिख दे हिरदे दियां भावनावां दा बहाव पहुँच गया अरदास राहीं। एक गंगा अरदास चों निकली, फिर एक सतगुर दी बख्शीश चों निकली। गुरु दी बख्शिश चों भी सिख दे जीवन विच खेड़े प्रसन्नता खुशियां बणियां रहन। ये बरकतां दी गंगा गुरु दी आसीस चों प्रगट होंदी। बड़े सोहणे उस दे बोल ने। एक गंगा अरदास चों निकली, एक सतगुर दी बख्शीश चों निकली, पर अणख दी गंगा जदों भी निकली गुरसिखां दे सीस चों निकली। इस तरह ये प्रवाह हैं। गुरु पातशाह जी दे चरनां दा जल उहनूं चरण गंगा कहते। एक ऐसा निर्मल प्रवाह जो सिख दे श्रद्धालु सिख दे जन्मां जन्मां दे रोग ते सोग मिटा दिंदा है। इनू चरनामृत भी कहते हैं। सारिਆਂ ने सोचा बई ये महान पवित्र चरण गंगा साडे कोल ही आ गई है, चल के घर आ गई है। श्री गंगा घर में पई प्रापत, इम कै आवत मोद उपाय। इस तरह चाह नाल उत्साह नाल प्रसन्नता नाल भर गए सुन के कि गुरु आया। मन चाओ पया प्रभ आगम सुनिया। हर मंगल गाओ सखी गृह मंदिर बनया। हर गाओ मंगल नित सखिए, सुख दोख ना व्यापे। सोग दुख ना व्यापे। गुरचरण लागे दिन सुभागे, अपना पिर जापे। अनहद बाणी गुर शब्द जानी, हर नाम हर रस भोगो। कह नानक प्रभ आप मिलिया, करण कारण जोगो। ऐसी महान आत्मक बुलंद बख्शिश प्राप्त होई होवे ते फिर चाह क्यों ना होवेगा, उत्साह क्यों ना होवेगा। सब चाह उत्साह सहित पहुँचे हन। हाँ जी। इम कह आवत मोद उपाए। इस तरह बड़े चाह नाल सारे आ रहे हैं, कह कह के एक दूजे नूं बई महाराज दी चरण गंगा तां साडे नगर गुजरवाल विच आ गई। ये गरेवालां दा पिंड सी, फतूही गरेवाल सी। हाँ जी। कितक होत सिख नवें दरस कर। कुछ होर सिख नवें महाराज जी का दर्शन करके चरनामृत ग्रहण कर रहे हैं। जैसे गंगा जिथों लंघदी है धारा जल दी, वो इलाके दे दोवां किनारियां नूं सरसबज कर दी जाती, हरा भरा कर दी जाती है। इस तरह सतगुरु जिथों दी लंघे ने हिरदियां नूं हरिया भरिया करदे गए, प्रफुल्लित करते गए, आनंद नाल भरते गए। बड़े सोहने एक महात्मा पुरख दे दो बोल ने। वो कहंदा नदी संतर मेघुला चले भयंगम चाल। दरिया टेढ़े टेढ़े चलते ने। संत भी सीधियां मंजिलां तय नहीं करते। 100 मील इधर नूं, 200 मील इधर नूं। होर अगों संगतां उड़ीकदियां ने उधर नूं चल पैंदे। जैसे देख लो अगर महाराज साहिब खुद भी सीधे पटना साहिब आउंदे ते फिर सासाराम रस्ते विच नहीं सी। महाराज ने सफ़र टेढ़ा कीता। उत्थे चाचा फग्गो मल जी उड़ीकदे पए सन। इस तरह प्रयागराज सीधा सफ़र नहीं है। और महाराज जी दे चरण पे जाना तो दिल्ली सी,
पर महाराज पहले आगरे आए, 200 किलोमीटर होर इधर आके अपनी गिरफ्तारी दी। नदी संत अर मेघुला चले पुयंगम चाल, बदल महापुरुष ते दरिया, इन्हां दे रस्ते बिल्कुल नक दी सीध नहीं आउंदे। इन्हां दा चलना संसारी नज़र नाल टेढ़ा हो सकता है, वक्र चाल हो सकती है, पर असलीयत यह है भी जय जय नगरी पग धरें तह तह करत निहाल। जिधरों दी दरिया लंघदे ने हरियालियां खुशहालियां ते सर सबज करते हुए जाते हैं। इस तरह बदल जिधरों लंघते ने जे बरसन ना तो थोड़ी छाया तो कर ही जाते, ते साधु जिथों लंघते ने उत्थे सचखंड दियां पौड़ियां चढ़ा के जाते हैं। भाव जीवन नूं पवित्र करके उन्हां दा जीवन सचखंड वर्गा स्वर्ग वर्गा बना के जाते। इस तरह महाराज सच्चे पातशाह भी उधरों जे सीधे चलते तो फिर सीधा रस्ता उन्हां दिनां विच जीरा मखू हो के ते करतारपुर जांदा सी, पर महाराज पहले लुधियाने वाल नूं आए। इसलिए संगतां बहुत खुश ने भी महाराज ने गुजरवाल चरण पाए हैं, ते दोवें किनारे हरे हो रहे ने। जिहड़े पहलां दे सिख सजे हुए ने उन्हां दा हिरदा भी आनंदित हो रहा है, और नवे सिख जिहड़े बनते जा रहे हैं वो भी आनंद नाल भर रहे हैं। इस तरह खुशियां वरत रहियां हैं। तक प्रथम कै पहुँचे ताए, नवे सिख भी सज रहे ने ते पहला सिक्खी धारण किए हुए वो भी दौड़ दौड़ के आ रहे हैं। रहत पीर नित संगत की, सदा संगत दा वड्डा इकट्ठ बनया रहिंदा है। बहुत दरस बिनय करे बर पाए, और इस तरह महाराज जी दे दर्शन करते ने, बेनतियां करते ने और वरदान प्राप्त करते हैं। अन्न दुगद दद दरब दुकूलन, कोई अनाज, कोई दुध, कोई दही, कोई धन, कोई बस्त्र आदक। तुरंग शस्त्र हित चहे अर पाए, कोई घोड़े, कोई शस्त्र, जो जी समर्था है महाराज जी दे चरनां च लै लै कर पहुँच रहे हैं। तह को राहक बदियो तो बहु, इस नगर दा किसान फतूही करके जिदा नाम है वो बहुत प्रफुल्लित सी, बड़ा धनवान सी। सुनी ताहि सुध गुर भगवान, उन्हें भी सुनिया भाई भगवान स्वरूप पार ब्रह्म परमेश्वर स्वरूप सतगुरु जी डेरा करियो आन कर बाहर, उन्होंने नगर गुजरवाल तो बाहर आके पड़ाव किया है। हरख हृदय उपजाए महान, उहदे मन विच भी बहुत वड्डी खुशी बनी। लगदा पहले गुरु घर दा श्रद्धालु रहा होया या महाराज जी बारे जानदा होवेगा, महाराज जी दी महिमा तो प्रभावित होवेगा, ताई बहुत खुश होया है। पिछले पहर दिवस को आयो, इस तरह दिन दा पिछला पहर आ गया, लोडा वेला। नरगन संग लिए सब धान, बहुत सारे अपने इसने अंगरक्षक ते नाल सहायक ते नाल होर अमीर आदक जड़े इहदे वर्गे सन ते अपने सैनिक नाल लै करके अधिक उपाय अर्पण के हित, और बहुत सारियां भेटावां भी महाराज नूं भेटा करन वास्ते अपने भले लई लियाए सदन ते रुच को ठान, ते बड़े चंगे प्यार नाल अपने घरों लैके आया है। खड़ग सिपर निज अंग बंध कर, अपना शरीर भी इन्हें सोहने बस्तर पा के ते सोहने शस्त्र सजा के खड़ग ढाल अपने धारण करके बाज हाथ पर लिए लियो बिठाए, ते अपने खब्बे हाथ ते बाज भी बिठाया होया। शिकार करने वाला शिकारी पंछी बाज
ਇਹਨੇ ਨਾਲ ਲਿਆਂਦਾ ਹੈ। ਕੁਛ ਕੂਕਰ ਆਪਣੇ ਸ਼ੰਕਰ ਕੁਝ ਕੈ, ਸ਼ਿਕਾਰੀ ਕੂਕਰ ਵੀ ਇਹਦੇ ਨਾਲ ਹਨ। ਸ਼ਿਕਾਰ ਵਾਸਤੇ ਵੀ ਇਹਨੇ ਸੋਚਿਆ ਵੀ ਮਹਾਰਾਜ ਨੂੰ ਮੱਥਾ ਟੇਕ ਕੇ ਭੇਟਾ ਕਰਕੇ ਫਿਰ ਮਹਾਰਾਜ ਨੂੰ ਬੇਨਤੀ ਕਰਾਂਗਾ ਬਈ ਆਪਾਂ ਸ਼ਿਕਾਰ ਕਰਨ ਚੱਲੀਏ, ਮਹਾਰਾਜ ਜੀ ਦੇ ਨਾਲ ਸ਼ਿਕਾਰ ਕਰਾਂਗਾ। ਬਿਰਤ ਅਖੇਰ ਸਮਾਜ ਬਣਾਏ, ਅਖੇਰ ਬਿਰਤ ਸ਼ਿਕਾਰ ਦਾ ਸਾਰਾ ਸਾਜੋ ਸਮਾਨ ਨਾਲ ਲੈ ਕੇ ਗੁਰ ਕੋ ਮਿਲ ਪੁਨ ਚਲਹਿ ਬਹਿਰ ਕੋ, ਸੋਚਿਆ ਮਹਾਰਾਜ ਜੀ ਨੂੰ ਮਿਲ ਕੇ ਬੇਨਤੀ ਕਰਾਂਗੇ ਵੀ ਸ਼ਿਕਾਰ ਨਾਲ ਚਲੋ, ਤੇ ਜੇ ਨਾ ਵੀ ਗਏ ਤੇ ਆਪਾਂ ਸ਼ਿਕਾਰ ਨਹੀਂ ਚਲੇ ਜਾਵਾਂਗੇ। ਕਰਹਿ ਸ਼ਿਕਾਰ ਸਦਨ ਤਬ ਆਏ, ਕੋਈ ਨਾ ਕੋਈ ਸ਼ਿਕਾਰ ਕਰਕੇ ਫਿਰ ਆਪਣੇ ਘਰ ਆਵਾਂਗੇ। ਇਮ ਕੈ ਚੜ ਤੁਰੰਗ ਪਰ ਪਹੁੰਚਿਓ, ਇਸ ਤਰ੍ਹਾਂ ਫਿਰ ਘੋੜੇ ਤੇ ਚੜ ਕੇ ਆ ਪਹੁੰਚਿਆ ਹੈ। ਕਿਤਕ ਸੌਰ ਸੰਗ ਦੁੱਤ ਪਾਏ, ਕੁਝ ਹੋਰ ਵੀ ਘੋੜ ਸਵਾਰ ਸੈਨਿਕ ਇਹਦੇ ਨਾਲ ਬੜੀ ਸ਼ੋਭਾ ਪਾ ਰਹੇ ਹਨ, ਇਹਦੀ ਬੜੀ ਸ਼ੋਭਾ ਵੱਧ ਰਹੀ ਹੈ। ਗੁਰੂ ਸਿਵਰ ਕੇ ਨਿਕਟ ਉਤਰ ਕਰ, ਗੁਰੂ ਪਾਤਸ਼ਾਹ ਜੀ ਦੇ ਪੜਾਓ ਦੇ ਕੋਲ ਉਤਰ ਕੇ ਆਗੈ ਕਰ ਅਕੋਰ ਸਮੁਦਾਇ, ਭੇਟਾਵਾਂ ਸੇਵਕਾਂ ਨੂੰ ਪਕੜਾਈਆਂ ਹੋਈਆਂ ਹਨ, ਉਹ ਨਾਲ ਲੈ ਕੇ ਅੱਗੇ ਅੱਗੇ ਚੱਲ ਰਹੇ ਹਨ। ਪਹੁੰਚ ਸਮੀਪ ਗਏ ਪਗ ਪੰਕਜ, ਇਸ ਤਰ੍ਹਾਂ ਦੇ ਨਾਲ ਲਾਗੇ ਮਹਾਰਾਜ ਜੀ ਦੇ ਪਹੁੰਚ ਕੇ ਤੇ ਮਹਾਰਾਜ ਜੀ ਦੇ ਚਰਨ ਕਮਲ ਪਕੜੇ ਹਨ। ਬੰਧਨ ਆਗੈ ਕਰ ਅਕੋਰ ਸਮੁਦਾਇ, ਔਰ ਅੱਗੇ ਰੱਖ ਕੇ ਬੰਦਨਾ ਕੀਤੀ ਹੈ, ਬਹੁਤ ਸਾਰੇ ਦੇ ਜਿਤਨੇ ਨਾਲ ਹਨ। ਬੰਧਨ ਆਗੈ ਕਰ ਅਕੋਰ ਸਮੁਦਾਇ, ਔਰ ਇਸ ਤਰ੍ਹਾਂ ਦੇ ਨਾਲ ਪਹੁੰਚ ਸਮੀਪ ਗਏ ਪਗ ਪੰਕਜ, ਬੰਧਨ ਭਇਓ ਕਰੀ ਸੀਸ ਕੋ ਨਿਆਏ, ਸਿਰ ਨਿਵਾਇਆ ਤੇ ਬੰਦਨਾ ਕੀਤੀ ਹੈ। ਬੈਠਿਓ ਨਿਕਟ ਬਿਕਟ ਪਗ ਪਟ ਗੁਰ ਕੇ, ਵਿਸ਼ੇਸ਼ ਸੂਰਬੀਰ ਬਚਨ ਕੇ ਬਲੀ, ਦਲ ਪੰਜਨ ਗੁਰੂ ਸੂਰਮਾ, ਵੱਡ ਜੋਧਾ ਬਹੁ ਪਰਉਪਕਾਰੀ, ਉਹਨਾਂ ਦੇ ਕੋਲ ਬੈਠਿਆ ਹੈ। ਦੇਖਤ ਪਇਓ ਸ਼ੇਰ ਸਮਤਾਏ, ਦੇਖ ਕੇ ਜ ਮਹਿਸੂਸ ਕਰ ਰਿਹਾ ਵੀ ਕਿਸੇ ਬਹੁਤ ਭਾਰੀ ਵੱਡੇ ਤਕੜੇ ਬੱਬਰ ਸ਼ੇਰ ਦੇ ਕੋਲ ਮੈਂ ਬੈਠਾ ਹਾਂ। ਰਣ ਕੀ ਬਾਤ ਬੂਝ ਹਰ ਖਾਇਓ, ਕਿਵੇਂ ਜੰਗ ਹੋਇਆ ਉਸ ਜਗ੍ਹਾ ਮਹਾਰਾਜ ਦਾ, ਕਿਵੇਂ ਗੁਰੂ ਸਰ ਮਹਾਰਾਜ ਦਾ ਜੰਗ ਹੋਇਆ, ਉਹ ਵੀ ਸਾਰਾ ਪੁੱਛ ਰਿਹਾ ਹੈ ਤੇ ਬੜਾ ਖੁਸ਼ ਹੋ ਰਿਹਾ ਹੈ। ਵਿਧੀ ਚੰਦ ਸਭ ਕਹੀ ਸੁਨਾਏ, ਬਹਾਦਰ ਬਾਬਾ ਵਿਧੀ ਚੰਦ ਜੀ ਨੇ ਸਾਰਾ ਬਿਰਤਾਂਤ ਸੁਣਾਇਆ ਵੀ ਇਸ ਤਰ੍ਹਾਂ ਹੋਇਆ, ਇਸ ਤਰ੍ਹਾਂ ਯੁੱਧ ਹੋਇਆ। ਸ੍ਰੀ ਹਰਿ ਗੋਬਿੰਦ ਕੁਸ਼ਲ ਪ੍ਰਸ਼ਨ ਕਰ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕੁਸ਼ਲ ਮੰਗਲ ਪੁੱਛਿਆ, ਭਾਈ ਠੀਕ ਹੈਗਾ, ਪਰਿਵਾਰ ਠੀਕ ਹੈਗਾ ਹੈ। ਇਸ ਤਰ੍ਹਾਂ ਇਸਨੇ ਵੀ ਮਹਾਰਾਜ ਜੀ ਕੋਲੋਂ ਪੁੱਛਿਆ ਹੈ। ਘਰ ਪਰ ਬਾਜ ਬਿਲੋਕਨ ਕੀਨ, ਸਾਹਿਬੇ ਕਮਾਲ ਮਹਿਮਾ ਦੇ ਮਾਲਕ, ਮੇਰੀਆਂ ਪੀਰੀਆਂ ਦੇ ਦਾਤੇ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੇਖਿਆ ਹੱਥ ਤੇ ਬਾਜ ਵੀ ਬਿਠਾਇਆ ਹੋਇਆ, ਰੇਸ਼ਮ ਦੀ ਡੋਰੀ ਪਾ ਕੇ, ਔਰ ਬੜਾ ਸੋਹਣਾ ਬਾਜ ਆਪਣੇ ਹੱਥ ਤੇ ਬਿਠਾਇਆ ਹੋਇਆ। ਤੇ ਮਹਾਰਾਜ ਜੀਆਂ ਨੇ ਸਵਾਲ ਕੀਤਾ, ਬੂਝਤ ਪਈ ਕਹੋ ਇਹ ਕਸ ਹੈ। ਮਹਾਰਾਜ ਕਹਿਣ ਲੱਗੇ, ਆ ਜਿਹੜਾ ਫਤੂਹੀ ਤੂੰ ਬਾਜ ਆਪਣੇ ਬਾਂਹ ਤੇ ਹੱਥ ਤੇ ਬਿਠਾਇਆ ਹੋਇਆ, ਇਹ ਕਿਹੋ ਜਿਹਾ ਹੈਗਾ, ਚੰਗੀ ਨਸਲ ਦਾ ਹੈ? ਇਸਤਿਆਦਕ ਮਹਾਰਾਜ ਜੀ ਨੇ ਪੁੱਛਿਆ ਹੈ। ਗਹਿ ਬਿਹੰਗਮ ਕਿਤ ਥਲ ਕਿਤ ਬਲ ਪੀਨ, ਮਹਾਰਾਜ ਕਹਿਣ ਲੱਗੇ ਕਿਸ ਤਰ੍ਹਾਂ ਇਹ ਗਹਿ ਬਿਹੰਗਮ ਕਿਮ ਬਲ ਪੀਨ, ਕਿਵੇਂ ਵੱਡੇ ਬਲ ਨਾਲ ਵੱਡੇ ਵੱਡੇ ਬਲਵਾਨ ਪੰਛੀਆਂ ਨੂੰ ਫੜਦਾ ਹੈ ਕਿ ਨਹੀਂ ਫੜਦਾ ਹੈ? ਸੀ ਛਤ ਕਰਿਓ ਕਿ ਨਹਿ ਅਬ ਲੋ, ਇਸ ਨੂੰ ਹੁਣ ਤੱਕ ਤੁਸੀਂ ਸ਼ਿਕਾਰ ਕਰਨਾ ਸਿਖਾਇਆ ਹੈ ਕਿ ਨਹੀਂ ਸਿਖਾਇਆ? ट्रेंड है बाज के या अनट्रेंड है? ते आए किधो मुल लीना, ये ਤੁਹਾਨੂੰ ਕਿਤੋਂ ਮਿਲਿਆ ਹੈ, ਕਿਸੇ ਦਿੱਤਾ ਹੈ ਕਿ ਮੁੱਲ ਲਿਆ ਹੈ? कितक काल को तुम समीप है, ਤੇ ਫਤੂਹੀ ਕਿੰਨੀ ਕੁ ਦੇਰ ਤੋਂ ਇਹ ਤੇਰੇ ਕੋਲ ਹੈਗਾ ਹੈ? करन अखेर शौक चितलीना, ਜਾਂ ਫਿਰ ਤੂੰ ਕੋਈ ਸ਼ਿਕਾਰ ਦਾ ਸ਼ੌਕ ਰੱਖਦਾ ਹੈ ਇਸ ਕਰਕੇ ਬਾਜ਼ ਲਿਆ ਹੋਇਆ ਹੈ? नाम
ਫਤੂਹੀ ਰਾਹਕ ਕੋ ਤੇ ਇਹਦਾ ਜਿਹੜਾ ਫਤੂਹੀ ਨਾਮ ਦਾ ਕਿਸਾਨ ਹੈ, ਕਹਿਤ ਪਇਓ ਸੁਣੀਐ ਮਹਾਰਾਜ। ਇਸ ਨੇ ਸੋਚਿਆ ਵੀ ਮਹਾਰਾਜ ਮੇਰੇ ਬਾਜ਼ ਦੇ ਵਡਿਆਈ ਕਰਦੇ ਪਏ, ਵੀ ਮੇਰਾ ਬਾਜ਼ ਬੜਾ ਵਧੀਆ, ਇਹਨੇ ਪਾਲਿਆ ਵੀ ਚੰਗਾ ਸੀ, ਸੰਭਾਲਿਆ ਵੀ ਚੰਗਾ ਸੀ, ਤੇ ਸਾਂਭ ਕੇ ਰੱਖਿਆ ਸੀ, ਤੇ ਹਰ ਤਰ੍ਹਾਂ ਨਾਲ ਇਹਦੀ ਸੇਵਾ ਵੀ ਕਰਦਾ ਸੀ। ਆਖਿਆ ਮਹਾਰਾਜ ਫਿਰ ਸੁਣੋ ਇਹਦੇ ਗੁਣ। ਦੂਰ ਦੇਸ ਕੋ ਮੁਜਟ ਗਿਆ। ਆਖਿਆ ਮਹਾਰਾਜ ਕਿਸੇ ਵਿਲਾਇਤ ਦੇਸ਼ ਦਾ, ਪ੍ਰਦੇਸ਼ ਦਾ, ਦੂਰ ਕਿਸੇ ਇਲਾਕੇ ਦਾ ਮੇਰੇ ਕੋਲੇ ਆਇਆ ਹੈ। ਇਹੋ ਸੁੰਦਰ ਸੀ ਛਤ ਹੈ ਬਾਜ। ਬੜਾ ਸੋਹਣਾ ਵੀ ਹੈ, ਤਕੜਾ ਵੀ ਹੈ, ਤੇ ਮਹਾਰਾਜ ਬੜਾ ਸੁਸ਼ਿਕਸ਼ਿਤ ਵੀ ਹੈ, ਸਿੱਖਿਆ ਹੋਇਆ, ਐਵੇਂ ਨਹੀਂ ਹੈ। ਇਹਨੂੰ ਸ਼ਿਕਾਰ ਕਰਨਾ ਮੈਂ ਚੰਗੀ ਤਰ੍ਹਾਂ ਸਿਖਵਾਇਆ ਹੋਇਆ ਹੈ। ਛਪਟਤ ਵੱਡੇ ਬਿਹੰਗਨ ਗਨ ਕੋ। ਮਹਾਰਾਜ ਸੱਚੇ ਪਾਤਸ਼ਾਹ ਇਹ ਵੱਡਿਆਂ ਵੱਡਿਆਂ ਪੰਛੀਆਂ ਤੇ ਚਪਟਾ ਮਾਰਦਾ ਹੈ। ਹਾਂਜੀ, ਰਾਖਿਓ ਮੈਂ ਅਖੇਰ ਕੇ ਕਾਜ। ਮਹਾਰਾਜ ਮੈਨੂੰ ਸ਼ਿਕਾਰ ਵਾਸਤੇ ਰੱਖਿਆ ਹੋਇਆ ਹੈ। ਬਹੁ ਵਿਦ ਸੋ ਇਸ ਪਾਰਨ ਕਰੇ ਹੋ। ਤੇ ਹਰ ਤਰੀਕੇ ਨਾਲ ਮੈਂ ਇਹਦੀ ਪਾਲਣਾ ਕਰਦਾ, ਜੋ ਖੁਰਾਕ ਇਹਦੀ ਹੈ ਦਿੰਦਾ ਹਾਂ। ਜਤਨ ਅਨੇਕਨ ਕੋ ਉਪਰਾਜ। ਅਨੇਕਾਂ ਯਤਨ ਕਰਕੇ ਭਾਵ ਹਰ ਤਰੀਕੇ ਨਾਲ ਇਹਦੀ ਸੇਵਾ ਸੰਭਾਲ ਕਰਦਾ ਹਾਂ। ਖਾਨ ਪਾਨ ਇਸ ਕੋ ਨਿਜ ਹਾਥਨ। ਫਿਰ ਮੈਂ ਕਿਸੇ ਤੇ ਨਹੀਂ ਛੱਡਿਆ ਹੋਇਆ, ਇਹਦਾ ਸਾਰਾ ਖਾਣਾ ਪਾਣੀ ਆਪਣੇ ਹੱਥ ਨਾਲ ਇਹਨੂੰ ਦਿੰਦਾ ਹਾਂ। ਕਰਤ ਰਹੋ ਮੈਂ ਨਿਕਟ ਰਖਾਏ। ਮੈਂ ਸਾਰੀ ਸੇਵਾ ਇਹਦੀ ਆਪ ਰੱਖਦਾ ਕਰਦਾ, ਤੇ ਆਪਣੇ ਕੋਲ ਹੀ ਰੱਖਦਾ ਹਾਂ। ਅਧਿਕ ਅਖੇਰ ਤਮਾਸ ਦਿਖਾਵਤ। ਮਹਾਰਾਜ ਸੱਚੇ ਪਾਤਸ਼ਾਹ ਇਹ ਸ਼ਿਕਾਰ ਕਰਨ ਜਦੋਂ ਲੈ ਕੇ ਜਾਂਦਾ ਤੇ ਬੜੇ ਖੇਲ ਕਰਦਾ, ਪੰਛੀਆਂ ਨਾਲ ਖੇਲਦਾ, ਫਿਰ ਉਹਨਾਂ ਨੂੰ ਝਪਟਾ ਮਾਰ ਕੇ ਪਕੜ ਲੈਂਦਾ ਹੈ। ਓ ਖਗ ਚਪਟੇ ਨਹਿ ਬਚ ਜਾਏ। ਮਹਾਰਾਜ ਸੱਚੇ ਪਾਤਸ਼ਾਹ ਇਹ ਬਾਜ਼ ਤਾਂ ਇਹੋ ਜਿਹਾ ਹੈ ਵੀ ਕਿਸੇ ਕੋਲ ਹੋਣਾ ਨਹੀਂ ਇਹਦੇ ਨਾਲ। ਜਿਹਨੂੰ ਇੱਕ ਵਾਰੀ ਝਪਟਾ ਮਾਰਦਾ ਹੈ ਉਹ ਫਿਰ ਪੰਛੀ ਭਾਵੇਂ ਕਿਤਨਾ ਹੀ ਤਕੜਾ ਹੋਵੇ ਬਚ ਨਹੀਂ ਸਕਦਾ। ਜੋ ਬਾਜਨ ਕੇ ਗੁਣ ਸਭ ਧਾਰਤ। ਮਹਾਰਾਜ ਸੱਚੇ ਪਾਤਸ਼ਾਹ ਜਿੰਨੇ ਵੀ ਚੰਗੇ ਬਾਜ਼ ਦੇ ਗੁਣ ਹੁੰਦੇ ਨੇ ਨਾ, ਉਹ ਸਾਰੇ ਮੇਰੇ ਬਾਜ਼ ਵਿੱਚ ਹੈਗੇ ਹਨ। ਕਰ ਤਾਰੀਫ ਮੈਂ ਕਿਤਕ ਸੁਣਾਏ। ਇਹਦੀਆਂ ਬੜੀਆਂ ਤਾਰੀਫਾਂ ਨੇ, ਮੈਂ ਕਿੰਨੀਆਂ ਕੁ ਸੁਣਾਵਾਂ। ਬੜਾ ਚੰਗਾ ਹੈ, ਬੜਾ ਸਿਆਣਾ ਹੈ, ਹਰ ਗੱਲ ਸਮਝਦਾ ਹੈ। ਨਿਸਬਾ ਸੁਰ ਮੈਂ ਨ ਵਿਸਾਹ ਕਰ। ਮੈਂ ਤਾਂ ਰਾਤ ਵੀ ਇਹਨੂੰ ਆਪਣੇ ਮੰਜੇ ਤੇ ਹੀ ਰੱਖਦਾ, ਨਾਲ ਦੂਰ ਨਹੀਂ ਕਰਦਾ, ਵਿਸਾਹ ਨਹੀਂ ਕਰਦਾ। ਰਾਖੋ ਨਿਤ ਹੀ ਨਿਕਟ ਬਿਠਾਏ। ਸਦਾ ਆਪਣੇ ਕੋਲ ਹੀ ਬਿਠਾ ਕੇ ਰੱਖਦਾ ਹਾਂ। ਭੋਜਨ ਕਰਦਿਆਂ, ਇਸ਼ਨਾਨ ਕਰਦਿਆਂ ਵੀ ਮੈਂ ਇਹਨੂੰ ਗੁਸਲਖਾਨੇ ਦੇ ਦੀਵਾਰ ਤੇ ਬਿਠਾ ਲੈਂਦਾ ਹਾਂ। ਸੁਨਤ ਬਾਜ ਗੁਣ ਸਤਿਗੁਰ ਕੇ ਬੋਲੇ। ਇਸ ਤਰ੍ਹਾਂ ਜਦੋਂ ਬਾਜ ਦੇ ਗੋਣੇ ਨੇ ਸੁਣਾਏ ਤਾਂ ਮਹਾਰਾਜ ਜੀ ਨੇ ਫਰਮਾਇਆ, ਪਿਆਰੀ ਵਸਤੂ ਗੁਰੂ ਅਰਪੰਤ। ਮਹਾਰਾਜ ਕਹਿਣ ਲੱਗੇ ਫਿਰ ਇਹਦਾ ਮਤਲਬ ਹੈ ਤੈਨੂੰ ਬਾਜ ਬਹੁਤ ਪਿਆਰਾ ਹੈ। ਆਖਣ ਲੱਗਾ ਮਹਾਰਾਜ ਕੁਦਰਤੀ ਹੈ, ਇਹ ਮੈਨੂੰ ਬੜਾ ਪਿਆਰਾ ਅਜੀਜ਼ ਹੈ। ਤੇ ਮਹਾਰਾਜ ਆਖਣ ਲੱਗੇ ਫਿਰ ਜਿਹੜੀ ਚੰਗੀ ਵਸਤੂ ਹੁੰਦੀ ਹੈ ਨਾ ਇਹ ਫਤੂਹੀ, ਉਹ ਗੁਰੂ ਨੂੰ ਭੇਟਾ ਕਰ ਦੇਣੀ ਚਾਹੀਦੀ। ਇਹ ਜਿਹੜਾ ਬਾਜ਼ ਹੈ ਤੇਰਾ, ਇਹ ਸਾਨੂੰ ਭੇਟਾ ਕਰ ਦੇ। ਇਹੋ ਜਿਹਾ ਬਾਜ਼ ਤਾਂ ਸਾਨੂੰ ਵੀ ਚਾਹੀਦਾ ਹੈ। ਇਸ ਕੋ ਫਲ ਅਤਿਸੈ ਹੋਏ ਪ੍ਰਾਪਤ। ਇਸ ਕਰਕੇ ਹੈ ਕਿਸਾਨ ਫਤੂਹੀ ਜਦ ਕੋਈ ਚੰਗੀ ਚੀਜ਼ ਗੁਰੂ ਨੂੰ ਅਰਪਣ ਕਰਦਾ ਹੈ ਨਾ, ਫਿਰ ਉਹਦਾ ਫਲ ਬਹੁਤ ਮਿਲਦਾ ਹੈ। ਜਾਂ ਤੇ ਹਮਕੋ ਦੇਹੋ ਸੁਹੰਤ। ਇਸ ਲਈ ਸ਼ੋਭਾਦਾਇਕ ਇਹ ਹੀ ਹੈ ਕਿ ਬਾਜ ਤੂੰ ਹੁਣ ਸਾਨੂੰ ਦੇ ਦੇ। ਕਰਹਿ ਅਖੇਰ ਸੰਗ ਇਸਕੇ। ਅਸੀਂ ਵੀ ਇਹਦੇ ਨਾਲ ਸ਼ਿਕਾਰ ਕਰਕੇ ਦੇਖਾਂਗੇ ਵੀ ਜਿਹੜੇ ਗੁਣ ਤੂੰ ਕਹੇ ਨੇ ਉਹ ਇਹਦੇ ਵਿੱਚ ਹੈਗੇ ਨੇ ਕਿ ਨਹੀਂ ਹੈਗੇ। ਏਰੈ ਗੁਣ ਜੇ ਤਕ ਬਰਨੰਤ। ਜਿੰਨੇ ਗੁਣ ਤੂੰ ਦੱਸੇ ਨੇ ਸਾਰੇ ਅਸੀਂ ਦੇਖ ਲਵਾਂਗੇ। ਚਪਟਤ ਹੈ ਬੜ ਬਿਹੰਗ
किम ਇਹ ਕਿਸ ਤਰ੍ਹਾਂ ਵੱਡਿਆਂ ਵੱਡਿਆਂ ਪੰਛੀਆਂ ਤੇ ਝਪਟਾ ਮਾਰਦਾ ਹੈ किम कर बेग उडत ਤੇ पकरंत ਕਿਵੇਂ ਤੇਜ਼ ਉਡਾਰੀ ਲਾ ਕੇ ਉਡਦਿਆਂ ਹੋਇਆਂ ਨੂੰ ਜਾ ਪਕੜਦਾ ਹੈ सुनत पतु ही अर्ज गुजारी ਜਦ ਇਹ ਗੱਲ ਮਹਾਰਾਜ ਜੀ ਕੋਲੋਂ ਫਤੂਈ ਨੇ ਸੁਣੀ ਨਾ ਬਈ ਮਹਾਰਾਜ ਨੇ ਕਿਹਾ ਵੀ ਇਹ ਬਾਜ ਸਾਨੂੰ ਹੀ ਦੇ ਦੇ, ਭੇਟਾ ਹੀ ਕਰ ਦੇ, ਜੇ ਸਾਨੂੰ ਭੇਟਾ ਕਰੇਗਾ ਤੇ ਬੜਾ ਫਲ ਹੋਵੇਗਾ। ਇਹਦਾ ਰੰਗ ਉੱਡ ਗਿਆ ਸੁਣ ਕੇ। श्री प्रभु मुझ ते दियो न जाए ਆਖਣ ਲੱਗਾ ਸੱਚੇ ਪਾਤਸ਼ਾਹ ਹੋਰ ਜੋ ਆਖੋ ਲੈ ਲਵੇ, ਬਾਜ ਨਹੀਂ ਮੈਂ ਦੇ ਸਕਦਾ। ਮਹਾਰਾਜ ਜੀ ਦੀ ਜਦ ਆਵਾਜ਼ ਆਵੇ ਨਾ ਵੀ ਇਹ ਚਾਹੀਦਾ ਹੈ, ਫਿਰ ਭਾਗਾਂ ਵਾਲੇ ਸਿੱਖ ਭੇਟਾ ਕਰਦੇ। ਕੱਲ ਭਾਈ ਰੂਪ ਚੰਦ ਜੀ ਦਾ ਤੇ ਭਾਈ ਸਾਧੂ ਜੀ ਦਾ ਮੈਂ ਜ਼ਿਕਰ ਕੀਤਾ ਸੀ, ਜੋ ਮਹਾਰਾਜ ਨੇ ਕਿਹਾ ਇਤਨੇ ਊਠ ਭੇਜੋ, ਉਹ ਝੱਟ ਭੇਜ ਦਿੰਦੇ। ਇਤਨੇ ਬੈਲ ਭੇਜੋ, ਇਤਨਾ ਹੋਰ ਸਾਜੋ ਸਮਾਨ ਭੇਜੋ, ਇਤਨੇ ਸੂਰਬੀਰ ਆਉਣ, ਉਹ ਸਾਰੇ ਝਟਪਟ ਭੇਜ ਦਿੰਦੇ ਤੇ ਬਲਕਿ ਲੈ ਕੇ ਹਾਜ਼ਰ ਹੋ ਜਾ ਤੇ ਮਹਾਰਾਜ ਦੀਆਂ ਖੁਸ਼ੀਆਂ ਝੋਲੀ 'ਚ ਪੈਂਦੀਆਂ। ਇਹ ਸਤਿਗੁਰੂ ਮੰਗਦੇ ਨਹੀਂ ਹਨ, ਦਰਅਸਲ ਗੁਰੂ ਸਾਨੂੰ ਵਡਿਆਈਆਂ ਪ੍ਰਦਾਨ ਕਰਦਾ। ਕੋਈ ਵੀ ਆਵਾਜ਼ ਪਹੁੰਚੀ ਹੈ ਨਾ ਵੀ ਮਹਾਰਾਜ ਜੀ ਦਾ ਮੰਦਰ ਬਣਾਉਣਾ ਹੈ, ਗੁਰਦੁਆਰਾ ਜਾਂ ਸਰਾਂ ਬਣਾਉਣੀ ਹੈ ਜਾਂ ਰਿਹਾਇਸ਼ ਬਣਾਉਣੀ ਹੈ, ਤਾਂ ਇਹ ਨਹੀਂ ਸਮਝਣਾ ਚਾਹੀਦਾ ਵੀ ਕਿਸੇ ਬੰਦੇ ਦੀ ਆਵਾਜ਼ ਹੈ, ਇਹ ਤਾਂ ਗੁਰੂ ਦੀ ਆਵਾਜ਼। ਗੁਰੂ ਸਿੱਖ ਕੋਲੋਂ ਮੰਗਦਾ ਹੈ ਤੇ ਮੰਗਦਾ ਇਸ ਕਰਕੇ ਨਹੀਂ ਵੀ ਗੁਰੂ ਕੋਈ ਬਹੁਤ ਲੋੜਵੰਦ ਹੈ। ਗੁਰੂ ਇਸ ਲਈ ਅਸਲ 'ਚ ਮੰਗਦਾ ਹੈ ਵੀ ਗੁਰੂ ਸਾਨੂੰ ਦੇਣਾ ਚਾਹੁੰਦਾ ਹੈ। ਅਸਲ ਗੱਲ ਇਹ ਹੁੰਦੀ ਹੈ, ਨੁਕਤਾ ਸਮਝਣ ਵਾਲਾ ਹੁੰਦਾ। ਜੈਸੇ ਮਹਾਰਾਜ ਜੀ ਦਾ ਬਚਨ ਹੈ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਏ ਪਾਈ। ਤੋ ਇੱਥੇ ਗੁਰੂ ਮੰਗ ਨਹੀਂ ਰਿਹਾ, ਪ੍ਰੇਰਨਾ ਤਾਂ ਗੁਰੂ ਕਰ ਰਿਹਾ ਵੀ ਸਭ ਕੁਝ ਗੁਰੂ ਨੂੰ ਸੌਂਪ ਦੇ, ਪਰ ਮਤਲਬ ਇਹਦਾ ਇਹ ਹੈਗਾ ਵੀ ਗੁਰਸਿੱਖਾ ਇਹ ਸਭ ਕੁਝ ਗੁਰੂ ਕੋਲੋਂ ਤੂੰ ਪ੍ਰਾਪਤ ਕਰ ਲੈ। ਚੰਗੀ ਸਿਹਤ, ਤਨ ਚੰਗਾ, ਮਨ ਵਿਚਾਰ ਚੰਗੇ, ਤਨ ਮਨ ਧਨ ਤੇ ਸਾਰੀਆਂ ਬਰਕਤਾਂ, ਦੌਲਤਾਂ ਦੇ ਅੰਬਾਰ ਤੂੰ ਸਾਡੇ ਕੋਲੋਂ ਲੈ ਜਾ। ਮਹਾਰਾਜ ਅਸਲ 'ਚ ਕਹਿਣਾ ਇਹ ਚਾਹ ਰਹੇ, ਕਹਿ ਰਹੇ ਹਨ, ਪਰ ਸਿੱਖ ਨੂੰ ਪਦਾਰਥ ਦੀ ਪਕੜ ਨਾ ਰਵੇ, ਇਸ ਲਈ ਮੰਗ ਵੀ ਕਰਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਦਇਆ ਸਿੰਘ ਜੀ, ਪਿਆਰੇ ਭਾਈ ਧਰਮ ਸਿੰਘ ਜੀ ਆਦਿਕ ਤੋਂ ਸੀਸ ਦੀ ਮੰਗ ਕੀਤੀ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਸੀਸ ਉਹਨਾਂ ਦੇ ਕੋਲ ਤਾਂ ਨਹੀਂ ਰੱਖ ਲਏ, ਫਿਰ ਉਹਨਾਂ ਦੇ ਤਨ ਤੇ ਸੀਸ ਜੜ ਦਿੱਤੇ ਤੇ ਉਹਦੇ ਬਦਲੇ ਵਿੱਚ ਆਪਣੇ ਸਾਰੇ ਪਰਿਵਾਰ ਦੇ ਸੀਸ ਭੇਟਾ ਕਰ ਦਿੱਤੇ। ਸਤਿਗੁਰੂ ਦਿੰਦੇ ਨੇ, ਮੰਗਦੇ ਕੁਛ ਨਹੀਂ। ਜਿਤਨਾ ਬ੍ਰਹਮੰਡ ਹੈ ਸਭ ਨੂੰ ਦੇ ਰਹੇ ਹਨ। ਜਾਚਕ ਅਨੇਕ ਸੋ ਏਕ ਦਿਵਈਆ। ਦੇਣ ਵਾਲਾ ਦਾਤਾ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਫਿਰ ਦਿੰਦੇ ਤੋਟ ਨਾ ਆਵਈ, ਅਗਣਤ ਭਰੇ ਭੰਡਾਰ। ਇਸ ਮਹਾਰਾਜ ਜੀ ਦੀ ਰਮਜ਼ ਨੂੰ ਸਮਝਣਾ ਚਾਹੀਦਾ, ਪਰ ਅਸੀਂ ਸਮਝਦੇ ਹੈ ਨਹੀਂ ਤੇ ਪਦਾਰਥਾਂ ਨਾਲ ਮੋਹ ਕਰਦੇ। ਇਹ ਕਹਿਣ ਲੱਗਾ ਮਹਾਰਾਜ ਮੇਰੇ ਕੋਲੋਂ ਦਿੱਤਾ ਨਹੀਂ ਜਾਣਾ। अधिक प्रेम है इसमें मन को। ਮਹਾਰਾਜ ਮੇਰੇ ਮਨ ਦਾ ਬੜਾ ਪ੍ਰੇਮ ਇਹਦੇ ਨਾਲ ਬਣਿਆ ਹੋਇਆ ਹੈ। नह न्यारे मैं करूं कदा। ਮਹਾਰਾਜ ਇਹਦੇ ਮਨ ਦਾ ਵੀ ਮੇਰੇ ਨਾਲ ਬੜਾ ਪ੍ਰੇਮ ਹੈ, ਮੇਰਾ ਹੱਥ ਨਾ ਹੋਵੇ ਤੇ ਭੋਜਨ ਨਹੀਂ ਕਰਦਾ। ਮਹਾਰਾਜ ਕਹਿਣ ਲੱਗੇ ਉਹ ਤੂੰ ਗੱਲ ਛੱਡ, ਭੋਜਨ ਅਸੀਂ ਆਪੇ ਹੀ ਕਰਾ ਲਵਾਂ। ਇਹੋ ਜਿਹੇ ਕਈ ਭੋਜਨ ਕਰਦੇ, ਪਰ ਦਰਅਸਲ ਇਹਦੇ ਮਨ ਦੀ ਪਕੜ ਜਕੜ ਮਮਤਾ ਮੋਹ ਮਹਾਰਾਜ ਦੂਰ ਕਰਨਾ ਚਾਹੁੰਦੇ ਹਨ। ਇਸ ਲਈ ਕਿਹਾ ਬਈ ਸਾਨੂੰ ਦੇ ਦੇ। ਔਰ ਇਸ ਮੈਂ ਮਨ ਅਧਿਕ ਪ੍ਰੇਮ ਹੈ, ਇਸ ਮੈਂ ਮਨ ਕੋ ਨੈ ਨਿਆਰੋ ਮੈਂ ਕਰੂੰ ਕਦਾਏ। ਮਹਾਰਾਜ ਮੈਂ ਕਦੀ ਇਸ ਨੂੰ ਆਪਣੇ ਤੋਂ ਜੁਦਾ ਨਹੀਂ ਕਰ ਸਕਦਾ। ਦੇਸ ਵਿਦੇਸਨ ਸਗਰੀ ਦਿਸ ਤੇ। ਨਾਲੇ ਮਹਾਰਾਜ ਸੱਚੇ ਪਾਤਸ਼ਾਹ ਦੇਸਾਂ ਵਿਦੇਸ਼ਾਂ ਤੋਂ, ਸਾਰਿਆਂ ਪਾਸਿਆਂ ਤੋਂ ਤੁਮਕੋ ਵਸਤੂ ਚਲੀ ਗਨਿਆ। ਆਪ ਕੋਲ ਕੋਈ ਵਸਤੂਆਂ ਦਾ ਜਾਂ ਬਾਜ਼ ਦਾ ਜਾਂ ਹੋਰ ਇਸ ਤਰ੍ਹਾਂ ਦਾ ਕੋਈ ਘਾਟਾ ਥੋੜੀ।
ਤੁਹਾਡੇ ਕੋਲ ਤਾਂ ਹੋਰ ਬਹੁਤ ਆ ਜਾਣਗੇ। ਮੁਝ ਟਿਕਤੇ ਇੱਕ ਇਹੀ ਬਾਜ ਹੈ। ਪਰ ਸੱਚੇ ਪਾਤਸ਼ਾਹ ਮੇਰੇ ਕੋਲ ਤਾਂ ਇਕੱਲਾ ਇਹ ਬਾਜ ਹੀ ਆ, ਮੈਂ ਕਿੱਥੋਂ ਲੈਣਾ ਹੈ। ਇਹ ਮਨ ਕੋ ਮੈਂ ਰੱਖੂੰ ਬਣਾਏ। ਇਹ ਮੇਰੇ ਮਨ ਦਾ ਬੜਾ ਪ੍ਰਿਯ ਹੈ ਤੇ ਮੈਂ ਇਹਨੂੰ ਆਪਣੇ ਕੋਲ ਰੱਖਣਾ ਚਾਹੁੰਦਾ ਹਾਂ। ਸ੍ਰੀ ਗੁਰ ਲਖੀ ਕਿਰਪਾ ਨੇ ਇਹ ਮਨ ਕੋ। ਤੇ ਮਹਿਮਾ ਦੇ ਮਾਲਕ ਨੇ ਦੇਖ ਲਿਆ ਵੀ ਮਨ ਦਾ ਕੰਜੂਸ ਹੈਗਾ, ਕਿਉਂਕਿ ਕੰਜੂਸ ਗੁਰੂ ਦਾ ਸਿੱਖ ਨਹੀਂ ਹੋ ਸਕਦਾ। ਕੰਜੂਸ ਤਾਂ ਸੁਪਨੇ ਵਿੱਚ ਵੀ, ਜੇ ਕਿਤੇ ਸੁਪਨਾ ਆ ਜਾਏ ਨਾ ਦਾਨ ਕਰਨ ਦਾ, ਤੇ ਉੱਥੇ ਵੀ ਉੱਠ ਕੇ ਰੋਣ ਲੱਗ ਪੈਂਦਾ ਬਈ ਹਾਏ ਮਰ ਗਿਆ, ਸੁਪਨੇ ਵਿੱਚ ਹੀ ਦਾਨ ਮੈਂ ਕਰ ਦਿੱਤਾ। ਸੁਪਨੇ ਵਿੱਚ ਵੀ ਦਾਨ ਨਹੀਂ ਕਰ ਸਕਦਾ, ਕੰਜੂਸ ਦਾ ਸੁਭਾਅ ਹੁੰਦਾ। ਇੱਕ ਵਿਦਵਾਨ ਨੇ ਬੜਾ ਸੋਹਣਾ ਲਿਖਿਆ ਬਈ ਸੈਨ ਲੱਗਿਓ ਜਬ ਰੈਨ ਮੈਂ ਸੂਮ ਕੋ, ਤਾਹੇ ਸਮੇਂ ਸੁਪਨਾ ਆਇਓ ਭਈਆ, ਕਿ ਆਨਾ ਸੀਖ ਕਰੀ द्विज ने, के राज रखे तोहे को जग मैया, देन लग्यो तब 1 रुपया। सुपने विच कंजूस सी, उन्होंने ब्राह्मण ने आके आशीर्वाद दिती बई जगत माता तेरा राज कायम रखे। तो वह पग दे पुराने लड़ चों एक सड़िया जिहा पुराना जिहा रुपया कढ़ के उन्होंने देन लगा। ताहे समय सुपना आयो भैया, देन लग्यो तब 1 रुपया। सो ताहे समय अखियां खुल गईया, कि हाय रे दैया कहा कर दैया, जो जागना आती तो जातो रुपया। बई है परमात्मा ये की कर दिता, जे किते जाग ना आउंदी तां ब्राह्मण तो रुपया लै चले, असीं मुड़ के कित्थों लियाउणा सी। सुपने विच भी कंजूस जड़ा है ना, वो कोलों दान नहीं हो सकता, भला नहीं हो सकता। लुट तो सकता है पर दे नहीं सकता। महाराज ने सोचा कंजूस सिख भी नहीं हो सकता, इस करके इसकी कंजूसी दूर करनी है। समझ गए महाराज। करियो बचन तिसको तत्काल। महाराज सच्चे पातशाह ने उस वेले बचन किया, जे गुर उचित बसुत कुछ होवे। आखन लगे जे गुरु दे वास्ते कोई उचित वस्तु होवे, सो पहुंचेगी आए उताल। फतूही वो तो आपे ही आके साडे कोल पहुंच जावेगी। देवन को अपजस लेवन। पर जे तू नहीं दे रहा तो इहदे नाल तेरा कोई जस नहीं होना। सो प्राप्त ही होत विशाल। सगों जस वधदा देण नाल ते सानू तां होर बहुत मिल जावेगा। मूड फतूही लख न साकै। मूर्ख सी फतूही ते गल ना समझ सकिया। अरे अभिबंधन उठ तब चाल। आखण लगा ठीक है महाराज सच्चे पातशाह, पर मैनू आग्ञा दिओ मैं चलदा हाँ। मन भंग बेरस गुर संग। बड़ा बेरस जिहा होया ते बड़ा मन उदास होया। महाराज जी का संग करन दे बावजूद भी अंदर कंजूसी होण करके गयो ना बहर हटियो कर आए। ये शिकार कर नहीं जा सकिया ते अपने घर ही वापस आ गया। वड पिख आडे पर बाज बिठाए। इसने फिर जिहड़ा बाज दा अड्डा सी ना, उत्थे जिथे बाज नूं रोज बिठाउंदा सी, उत्थे कुछ रेशम दीयां डोरियां भी टंगदा हुंदा सी बाज वास्ते, उते बिठा दिता। आप मंच पर थ्रियो तदाए। आप लागे अपने पलंग ते बैठ गया। चितवत चित गुर जाचन की। ते मन विच सोचदा भी महाराज ने तां मेरे कोलों मंग ही लिया सी। मन को किम दियो न जाए। अरे मेरा ऐना प्यारा बाज मेरे कोलों दिता नहीं जा सकदा। कर पर मैं बिठाए कर गमने। मैं भी गलती कीती है, जिहड़ा हथ ते बिठा के नाल ही लैके चला गया। नैनी किए तिनों दिखाए। महाराज नूं दिखाउणा नहीं सी चाहीदा, महाराज ने तां देखदियां सार ही कह दिता
ਬਈ ਬਾਜ ਸਾਨੂੰ ਦੇ ਦੇ। ਹਿਰਦੈ ਵਿਚਾਰਤ ਬਾਜ ਨਿਹਾਰਤ। ਔਰ ਇਸ ਤਰ੍ਹਾਂ ਮਨ ਵਿੱਚ ਵਿਚਾਰਦਾ ਹੈ ਤੇ ਬਾਰ ਬਾਜ ਵੱਲ ਦੇਖ ਰਿਹਾ ਹੈ। ਇੱਕ ਰੇਸ਼ਮ ਡੋਰਾ ਤਿਸ ਪਾਸ। ਉਹਦੇ ਕੋਲ ਇੱਕ ਰੇਸ਼ਮ ਦਾ ਡੋਰਾ ਬਾਜ ਦੇ ਕੋਲ ਪਿਆ ਹੋਇਆ ਹੈ। ਕਹਿਤ ਚੋਚ ਮੈਂ ਨਿਗਲ ਗਇਓ ਤਬ। ਬਾਜ ਨੇ ਝਟਪਟ ਉਹ ਰੇਸ਼ਮ ਦਾ ਡੋਰਾ ਪਕੜਿਆ। ਉਹਦੇ ਨਾਲ ਕੁਝ ਛੋਟੇ ਲੋਹੇ ਦੇ ਕੁੰਡੇ ਵੀ ਸਨ, ਅੰਗੂਠੀ ਟਾਈਪ, ਜਿਨ੍ਹਾਂ ਨਾਲ ਡੋਰੀ ਖਿੱਚੀ ਜਾਂਦੀ ਹੈ ਤੇ ਉਹਦੇ ਪੈਰਾਂ 'ਚ ਵੱਢ ਜਾਂਦੀ। ਕੁਝ ਚਮੜੇ ਦੇ ਵੀ ਸਨ। ਉਹ ਨਾਲ ਸਾਰੇ ਹੀ ਨਿਕਲ ਗਿਆ। ਦਿਖਤ ਫਤੂਹੀ ਰਹਿ ਗਾ ਤਾਸ। ਤੇ ਫਤੂਹੀ ਵੇਖਦਾ ਹੀ ਰਹਿ ਗਿਆ। ਝਟਪਟ ਬਾਜ ਨੇ ਉਹ ਰੇਸ਼ਮ ਦੀ ਡੋਰੀ ਕੁੰਡਿਆਂ ਸਮੇਤ ਖਾ ਲਈ। ਤੂਰਨ ਕਰਤਿਓ ਗਹਿਤ ਰਹਿਓ ਤੇ। ਬਹੁਤ ਝਟਪਟ ਦੌੜਿਆ ਵੀ ਮੈਂ ਕਿਤੇ ਉਹ ਜਿਹੜੀ ਡੋਰੀ ਹੈ ਖਾਣ ਲੱਗਾ, ਨਿਗਲਣ ਲੱਗਾ, ਖਿੱਚ ਲਵਾਂ ਤੇ ਖਾ ਨਾ ਜਾਵੇ, ਕਿਉਂਕਿ ਖਾ ਕੇ ਉਹਦੀ ਮੌਤ ਹੋ ਜਾਏਗੀ। ਨਹਿ ਬਚਾਵ ਹੋਇਓ ਪਛਤਾਸ। ਪਰ ਬਚਾ ਨਾ ਸਕਿਆ। ਉਹ ਸਾਰੀ ਡੋਰੀ ਬਾਜ ਨਿਕਲ ਗਿਆ। ਅੰਤ ਗਇਓ ਬਿਹਾਲ ਪਇਓ। ਅੰਤਰ ਗਇਓ ਬਿਹਾਲ ਪਇਓ। ਉਹ ਰੇਸ਼ਮ ਦੀ ਡੋਰੀ ਅੰਦਰ ਗਈ, ਡੋਰਾ ਨਿਕਲਿਆ ਗਿਆ ਤੇ ਬਾਜ ਜਿਹੜਾ ਸੀ ਨਾ ਉਹ ਬਿਹਾਲ ਹੋ ਗਿਆ, ਬਿਬਲ ਹੋ ਕੇ ਤੜਪਣ ਲੱਗ ਪਿਆ। ਲੋਟ ਪੋਟ ਦੁਖ ਤੇ ਜਿਮਨਾਸ। ਇਸ ਤਰ੍ਹਾਂ ਲੋਟਣੀਆਂ ਖਾਣ ਕੇ ਲੱਗ ਪਿਆ ਜਿਵੇਂ ਹੁਣੇ ਮਰ ਜਾਵੇਗਾ। ਘਨੇ ਉਪਾਵਨ ਕਰਤ ਫਤੂ। ਬੜੇ ਇਲਾਜ ਜੋ ਕਰ ਸਕਦਾ ਸੀ ਇਸ ਫਤੂਹੀ ਨੇ ਕੀਤੇ। ਪਇਓ ਬਾਜ ਜਿਮ ਪ੍ਰਾਨਨ ਹਾਨ। ਬਾਜ ਨਾ ਬੇਹੋਸ਼ ਹੋ ਕੇ ਡਿੱਗ ਪਿਆ। ਸਾਹ ਚੱਲ ਰਿਹਾ ਸੀ ਪਰ ਇਸ ਤਰ੍ਹਾਂ ਹੋ ਗਿਆ ਜਿਵੇਂ ਮਰ ਗਿਆ ਹੋਵੇ। ਜਾਤ ਹਾਥ ਤੇ ਮ੍ਰਿਤਕ ਹੋਏ ਅਬ। ਔਰ ਇਸ ਤਰ੍ਹਾਂ ਦੇ ਨਾਲ ਸਮਝ ਰਿਹਾ ਬਈ ਹੁਣ ਹੱਥੋਂ ਜਾ ਰਿਹਾ ਹੈ ਤੇ ਮਰ ਹੀ ਚੱਲਿਆ ਹੈ। ਗੁਰ ਗਾਥਾ ਮਨ ਮੈਂ ਤਬਿਆ। ਆਖਿਆ ਗੁਰੂ ਸਾਹਿਬ ਨੇ ਮੰਗਿਆ ਸੀ ਮੈਂ ਦੇ ਹੀ ਦਿੰਦਾ। ਦੇਵੋ ਤਿਨੇ ਮਰਨ ਅਬ ਲਾਗਿਓ। ਆਖਿਆ ਚਲੋ ਹੁਣ ਚੰਗੀ ਗੱਲ ਹੈ, ਮਰ ਚੱਲਿਆ ਤੇ ਉਹਨਾਂ ਨੂੰ ਹੀ ਦੇ ਦਿੰਦਾ, ਮੈਂ ਉਹਨਾਂ ਦੇ ਵੱਲੋਂ ਤਾਂ ਸੁਰਖਰੂ ਹੋ ਜਾਵਾਂ। ਇਸ ਤਰ੍ਹਾਂ ਨਾ ਇੱਕ ਦੋ ਸੱਜਣ ਸਨ। ਇੱਕ ਨੇ ਕਰਜ਼ਾ ਲਿਆ ਹੋਇਆ ਸੀ ਤੇ ਕਿਸੇ ਦੂਰ ਦੇਸ਼ ਤੋਂ ਕਮਾਈ ਕਰਕੇ ਵਾਪਸ ਆਪਣੇ ਘਰ ਨੂੰ ਜਾ ਰਹੇ ਸਨ ਤੇ ਰਸਤੇ ਵਿੱਚ ਚੋਰ ਪੈ ਗਏ, ਡਾਕੂ ਪੈ ਗਏ। ਉਹਨਾਂ ਦਿਨਾਂ 'ਚ ਡਾਕੂ ਆਮ ਪੈ ਜਾਂਦੇ ਸਨ। ਜਦੋਂ ਡਾਕੂ ਪਏ ਨਾ ਤੇ ਇਸਨੇ ਝਟਪਟ ਰੁਪਏ ਕੱਢ ਕੇ ਨਾ ਆਖਣ ਲੱਗਾ, ਭਾਈਆ ਮੈਂ ਤੇਰੇ ਇੰਨੇ ਦੇਣੇ ਨੇ, ਆ ਫੜ ਆਪਣੇ, ਮੈਂ ਤੇਰਾ ਕਰਜ਼ਾ ਲਾਹ ਦਿੰਦਾ। ਉਹਨੇ ਸੋਚਿਆ ਡਾਕੂਆਂ ਦੇ ਕੋਲੋਂ ਵੀ ਬਚਣਾ ਨਹੀਂ ਹੈ ਤੇ ਇਹਦੇ ਹੀ ਲੁੱਟਣ ਦੇਵਾਂ। ਇਸ ਤਰ੍ਹਾਂ ਬੰਦਾ ਸੋਚਦਾ ਹੈ ਵੀ ਚੱਲ ਕੰਮ ਖਰਾਬ ਹੋਣ ਲੱਗਾ ਤੇ ਅਗਲੇ ਨੂੰ ਹੀ ਮੜ ਦਿਓ। ਫਿਰ ਇਸ ਤਰ੍ਹਾਂ ਦੇ ਨਾਲ ਸੋਚਿਆ ਵੀ ਮਰਦਾ ਇਹ ਗੁਰੂ ਨੂੰ ਹੀ ਭੇਟਾ ਕਰ ਦਿੰਦਾ ਹਾਂ। ਬਨੋ ਸਮੁਖ ਤਿਨ ਬਾਕ ਸੁਮਾਨ। ਉਹਨਾਂ ਦੇ ਸਨਮੁਖ ਬਣ ਜਾਵਾਂਗਾ, ਸਨਮੁਖ ਸਿੱਖ ਹੋ ਜਾਵਾਂਗਾ, ਗੁਰਮੁਖ। ਬਈ ਮਹਾਰਾਜ ਮੈਂ ਤੁਹਾਡਾ ਬਚਨ ਮੰਨ ਲਿਆ, ਆ ਬਾਜ ਤੁਸੀਂ ਲੈ ਲਵੋ। ਹੁਣ ਮਰ ਜਾਏ ਰਹਿ ਕੈ ਜੀਵਤ। ਫਿਰ ਭਾਵੇਂ ਮਰ ਜਾਏ ਭਾਵੇਂ ਜਿਉਂਦਾ ਰਹੇ, ਮੈਂ ਤਾਂ ਗੁਰਮੁਖ ਬਣ ਜਾਵਾਂਗਾ। ਉਤਰੈ ਦੋਸ ਕੀਨ ਅਗਿਆ। ਜਿਹੜਾ ਮੈਂ ਉਹਨਾਂ ਦਾ ਬਚਨ ਮੋੜਿਆ ਉਹ ਮੈਂ ਦੋਸ਼ੀ ਹੋ ਗਿਆ। ਉਹ ਦੋਸ਼ ਲੈ ਜਾਏਗਾ ਜਿਹੜਾ ਮੈਂ ਅਗਿਆਨੀ ਨੇ ਕੀਤਾ ਹੈ। ਬਚਨ ਨਾਨਿਓ ਮੈਂ ਗੁਰ ਕੇ ਤਬ। ਮੈਂ ਸਤਿਗੁਰੂ ਜੀ ਦਾ ਬਚਨ ਉਸ ਵੇਲੇ ਨਹੀਂ ਮੰਨ ਸਕਿਆ। ਪਇਓ ਅਪਰਾਧ ਜੋ ਸੋਏ। ਉਹ ਜਿਹੜਾ ਅਪਰਾਧ ਕੀਤਾ ਹੈ ਬਚਨ ਨਾ ਮੰਨਣ ਦਾ, ਤੈਨੂੰ ਉਚਿਤ ਹੁਤੋ ਮੈਂ ਦਿਓ ਨਾ। ਦੇ ਦੇਣਾ ਚਾਹੀਦਾ ਸੀ, ਮੈਂ ਦਿੱਤਾ ਹੀ ਨਹੀਂ ਸੀ। ਜਾਂ ਤੇ ਦਸਾ ਬਾਜ ਅਸ ਹੋਏ। ਇਸ ਕਰਕੇ ਬਾਜ ਦੀ ਇਹ ਹਾਲਤ ਹੋ ਗਈ ਹੈ। ਵਿਚਾਰਤ ਤੁਰਤ ਤੁਰੰਗ। ਇਸ ਤਰ੍ਹਾਂ ਵਿਚਾਰ ਕੇ ਤੁਰਤ ਤੁਰੰਗ ਚੜ। ਹਾਂਜੀ, ਲੈ ਕਰ ਚਲਿਓ ਬਿਲਮ ਕੋ ਖੋਏ। ਝਟਪਟ ਘੋੜਾ ਭਜਾ ਕੇ ਉਹ ਬਾਜ ਲਮਕਾ ਕੇ ਮਰਦਾ ਬੇਹੋਸ਼ ਹੁੰਦਾ ਬਾਜ ਮਹਾਰਾਜ ਕੋਲ ਲੈ ਆਇਆ। ਸਿਗਰ ਪਹੁੰਚਿਓ ਗੁਰੂ ਨਿਕਟ ਸੋ। ਇਸ ਤਰ੍ਹਾਂ ਝਟਪਟ ਮਹਾਰਾਜ ਜੀਆਂ ਦੇ ਕੋਲ ਆ ਗਿਆ। ਦੀਨ ਮਨਾ ਚਿਤ ਲਾਜ ਪਰੋਏ। ਬੜਾ ਸ਼ਰਮਸਾਰ ਵੀ ਹੈ ਤੇ ਬੜਾ ਦੀਨ ਹੋ ਕੇ ਮਹਾਰਾਜ ਨੂੰ ਆਖਿਆ, ਮਹਾਰਾਜ ਆ ਤੁਹਾਡਾ ਬਾਜ ਤੁਸੀਂ ਲੈ ਲਓ।
ਮੇਰੇ ਕੋਲ ਤਾਂ ਮਾਰੀ ਚੱਲਿਆ ਸੀ। ਬਾਜ ਬਿਠਾਏ ਗੁਰੂ ਕੇ ਆਗੇ, ਸਾਹਮਣੇ ਜਿਵੇਂ ਬੈਠਾ ਹੋਵੇ ਇਸ ਤਰ੍ਹਾਂ ਮਹਾਰਾਜ ਜੀ ਦੇ ਅੱਗੇ ਰੱਖ ਦਿੱਤਾ ਬਾਜ। ਕਰ ਜੋਰੇ ਜੁਗ ਬਿਨੈ ਬਖਾਨ, ਹੱਥ ਜੋੜ ਕੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ। ਮਹਾਰਾਜ ਇਹੋ ਰਾਵਰ ਕੋ ਅਬ, ਮਹਾਰਾਜ ਸੱਚੇ ਪਾਤਸ਼ਾਹ ਹੁਣ ਮੇਰਾ ਨਹੀਂ ਰਿਹਾ, ਹੁਣ ਤੁਹਾਡਾ ਹੀ ਹੋ ਗਿਆ ਹੈ। ਲੀਜੈ ਨਿਜ ਕੀ ਜੈ ਸਵਧਾਨ, ਮਹਾਰਾਜ ਸੱਚੇ ਪਾਤਸ਼ਾਹ ਲੈ ਲਓ, ਭਾਵੇਂ ਇਹਨੂੰ ਬਚਾ ਲਓ ਤੇ ਭਾਵੇਂ ਮਰ ਜਾਵੇ, ਹੈ ਤੁਹਾਡਾ ਹੀ ਹੈ। ਪਾਕ ਨ ਮਾਨਿਓ ਪਇਓ ਦੋਸ ਬੜ, ਮਹਾਰਾਜ ਮੈਂ ਬਚਨ ਨਹੀਂ ਮੰਨਿਆ, ਵੱਡਾ ਗੁਨਾਹ ਕੀਤਾ ਹੈ। ਲੈ ਅਬ ਬਖਸ਼ੋ ਕਿਰਪਾ ਨਿਦਾਨ, ਇਹ ਬਾਜ ਤੁਸੀਂ ਲੈ ਲਓ ਤੇ ਮੇਰਾ ਗੁਨਾਹ ਬਖਸ਼ ਦੇਵੋ। ਭੂਲਨ ਹਾਰ ਸਦਾਇਓ ਪ੍ਰਾਨ, ਮਹਾਰਾਜ ਮੈਂ ਮਾਮੂਲੀ ਪ੍ਰਾਣੀ ਭੁੱਲਣ ਹਾਰ ਹਾਂ ਸਦਾ ਹੀ। ਬਖਸ਼ਨ ਹਾਰ ਸੋ ਆਪ ਮਹਾਨ, ਆਪ ਮਹਾਨ ਹੋ ਤੇ ਬਖਸ਼ਣ ਹਾਰ ਹੋ। ਕਹਾਂ ਭਇਓ ਤਵ ਸਤਿਗੁਰ ਬੁਝਿਓ, ਮਹਾਰਾਜ ਕਹਿਣ ਲੱਗੇ ਫਤੂਈ ਇਸ ਨੂੰ ਕੀ ਹੋਇਆ ਹੈ। ਸੁਨਤ ਫਤੂਹੀ ਸਗਲ ਬਤਾਏ, ਫਿਰ ਸਾਰੀ ਗੱਲ ਦੱਸਣ ਲੱਗਾ। ਤੁਮ ਟਿਗ ਤੇ ਮੈਂ ਜਾਏ ਬਿਠਾਏ, ਮਹਾਰਾਜ ਤੁਹਾਡੇ ਕੋਲੋਂ ਲੈ ਕੇ ਮੈਂ ਤੁਹਾਨੂੰ ਦਿੱਤਾ ਨਹੀਂ ਤੇ ਉੱਥੇ ਜਾ ਕੇ ਅੱਡੇ ਤੇ ਬਿਠਾਇਆ। ਰੇਸ਼ਮ ਡੋਰਾ ਗਇਓ ਲੰਘਾਏ, ਇਹ ਰੇਸ਼ਮ ਦਾ ਡੋਰਾ ਲੰਘਾ ਗਿਆ ਹੈ ਸਾਰਾ। ਤਤ ਛਿਨ ਪਇਓ ਬਿਹਾਲ ਮਰਨ ਕੋ, ਖਾਂਦਿਆਂ ਸਾਰ ਤੜਪਣ ਲੱਗ ਪਿਆ, ਬਿਹਾਲ ਹੋ ਗਿਆ। ਪਹੁੰਚ ਨਇਓ ਆਨਿਓ ਉਤਲਾਏ, ਇਸ ਕਰਕੇ ਮਹਾਰਾਜ ਮੈਂ ਧੰਪਟ ਤੁਹਾਡੇ ਕੋਲ ਲੈ ਕੇ ਆਇਆ ਹਾਂ। ਜੇ ਚਿਤ ਚਾਹੋ ਜੀਵਾਏ ਲਿਹੋ ਪ੍ਰਭ, ਮਹਾਰਾਜ ਜੇ ਤੁਸੀਂ ਚਾਹੋ ਤਾਂ ਇਹਨੂੰ ਬਚਾ ਲਵੋ, ਨਾ ਤੁਰ ਮਰੇ ਨਹੀਂ ਬਿਲ ਮਾਏ, ਨਹੀਂ ਤਾਂ ਹੁਣੇ ਮਰ ਤਾਂ ਇਹ ਚੱਲਿਆ ਹੀ ਹੈ। ਸ੍ਰੀ ਹਰਿ ਗੋਬਿੰਦ ਚੰਦ, ਇੱਕ ਵਾਰੀ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਮਹਾਰਾਜ ਜੀ ਨੇ ਸੁਣਦਿਆਂ ਸਾਰ ਗੁਰੇ ਆਪਣੇ ਹੱਥ ਬਿਠਾਵਨ ਕੀਨ, ਮਹਾਰਾਜ ਜੀਆਂ ਨੇ ਆਪਣੇ ਹੱਥ ਤੇ ਉਹਨੂੰ ਚੁੱਕ ਕੇ ਨਾ ਬੇਹੋਸ਼ ਹੋਏ ਹੋਏ ਨੂੰ ਬਿਠਾ ਲਿਆ। ਕਹਿਤ ਪਇਓ ਕਿਸ ਕਾਰਨ ਕਰ ਕੈ, ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਬਈ ਕਿਉਂ ਕਰਕੇ ਤੂੰ ਐ ਬਾਜ਼, ਡੋਰਾ ਬਦਨ ਨਿਗਲ ਤੈ ਲੀਨ, ਤੇ ਆਪਣੇ ਮੂੰਹ ਰਾਹੀਂ ਤੂੰ ਡੋਰਾ ਨਿਗਲ ਲਿਆ ਹੈ। ਜਿਮ ਨਿਗਲਿਓ ਤਿਮ ਉਗਲ ਤੁੰਡ ਤੇ, ਮਹਾਰਾਜ ਕਹਿਣ ਲੱਗੇ ਹੁਣ ਜਿਵੇਂ ਖਾਧਾ ਹੀ ਇਸ ਤਰ੍ਹਾਂ ਹੀ ਮੂੰਹ ਰਾਹੀਂ ਬਾਹਰ ਕੱਢ ਦੇ। ਜਿਵੇਂ ਕਿਸੇ ਬੰਦੇ ਨੂੰ ਕਹੀਦਾ ਨਾ, ਇਸ ਤਰ੍ਹਾਂ ਬਾਜ਼ ਨੂੰ ਮਹਾਰਾਜ ਨੇ ਆਪਣੇ ਹੱਥ ਤੇ ਬਿਠਾਇਆ ਤੇ ਆਖਿਆ ਜਿਵੇਂ ਨਿਗਲਿਆ ਹੈ ਇਸ ਤਰ੍ਹਾਂ ਹੀ ਬਾਹਰ ਉਗਲ ਦੇ। ਸਾਵਧਾਨ ਬਨ ਕੈ ਬਲ ਪੀਨ, ਪੂਰਾ ਬਲ ਲਾ ਤੇ ਧਿਆਨ ਨਾਲ ਇਹ ਡੋਰਾ ਹੁਣ ਬਾਹਰ ਕੱਢ ਦੇ। ਇਮ ਪੰਤੇ ਤਤ ਛਿਨਹੀ ਮਨ ਮਤ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਸ ਤਰ੍ਹਾਂ ਬਚਨ ਕਰਦਿਆਂ ਤਤਕਾਲ ਹੀ ਉਸ ਬਾਜ ਨੇ ਰੇਸ਼ਮ ਡੋਰ ਉਗਲ ਕਰ ਦੀਨ, ਉਹ ਜਿਹੜਾ ਮੋਟਾ ਰੇਸ਼ਮ ਦਾ ਡੋਰਾ ਜਿਹੜਾ ਇਹਦੇ ਪੈਰਾਂ ਨੂੰ ਬੰਨ੍ਹਿਆ ਜਾਂਦਾ ਸੀ ਉਹ ਝਟਪਟ ਬਾਹਰ ਉਗਲ ਦਿੱਤਾ। ਦੋਹਰਾ ਪਰਿਓ ਗੁਰੂ ਆਗੇ ਤਬੈ ਕੀਨ ਬਿਲੋਕਨ ਡੋਰ, ਇਹ ਫਤੂਈ ਵੀ ਦੇਖ ਰਿਹਾ, ਸਾਰੇ ਦੇਖ ਰਹੇ ਨੇ ਬਈ ਉਹ ਡੋਰਾ ਬਾਜ ਨੇ ਉਗਲ ਦਿੱਤਾ ਹੈ ਤੇ ਸਾਹਮਣੇ ਪਿਆ ਹੋਇਆ ਹੈ। ਹਿਰਦੈ ਫਤੂਹੀ ਬਿਸਮ ਕਰ ਰਹਿਓ ਜੁਗਲ ਕਰ ਜੋਰ, ਬੜਾ ਹੈਰਾਨ ਹੋ ਰਿਹਾ ਫਤੂਹੀ ਗੁਜਰਵਾਲ ਦਾ ਰਹਿਣ ਵਾਲਾ ਤੇ ਹੱਥ ਜੋੜ ਰਿਹਾ ਹੈ। ਸ੍ਰੀ ਸਤਗੁਰ ਸਮਰਥ ਤੁਮ ਸਭ ਬਿਦ ਸਕਤ ਵਿਸਾਲ, ਮਹਾਰਾਜ ਸੱਚੇ ਪਾਤਸ਼ਾਹ ਆਪ ਸ਼ਕਤੀਆਂ ਦੇ ਮਾਲਕ ਹੋ ਤੇ ਹਰ ਤਰ੍ਹਾਂ ਨਾਲ ਵੱਡੇ ਵਿਸ਼ਾਲ ਹੋ। ਮਾਰਨ ਅਰ ਜੀਵਾਵ ਨੂੰ ਕਰੋ ਬਾਕ ਕੇ ਤੁਹਾਡੇ ਤਾਂ ਇੱਕ ਬਚਨ ਨਾਲ ਹੀ ਮਰਨਾ ਤੇ ਜਿਉਣਾ ਹੋ ਜਾਂਦਾ ਹੈ। ਕਰਿਓ ਦੋਸ ਸੋ ਬਖਸ਼ੀਏ ਲੀਜੈ ਬਾਜ ਸੰਭਾਲ, ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਮੈਂ ਗੁਨਾਹ ਕੀਤਾ ਬਖਸ਼ ਦੇਵੋ ਤੇ ਬਾਜ ਤੁਹਾਡਾ ਹੈ, ਤੁਸੀਂ ਰੱਖ ਲਵੋ। ਇਮ ਕੈ ਗਮਨਿਓ ਸਦਨ ਕੋ ਕਰ ਬੰਧਨ ਤਤਕਾਲ, ਇਸ ਤਰ੍ਹਾਂ ਫਿਰ ਮਹਾਰਾਜ ਜੀ ਨੂੰ ਬਚਨ ਕਰਕੇ ਬੰਦਨਾ ਕਰਕੇ ਨਮਸਕਾਰ ਕਰਕੇ ਆਪਣੇ ਘਰ ਵੱਲ ਪ੍ਰਸਥਾਨ ਕੀਤਾ। ਇਹ ਕੌਤਕ ਮਹਾਰਾਜ ਜੀ ਨੇ ਹੀ ਵਰਤਾਇਆ ਵੀ ਇਹਦੇ ਮਨ ਵਿੱਚ ਬਾਜ ਦਾ ਮੋਹ ਨਾ ਰਹੇ। ਵਸਤੂਆਂ ਰਹਿਣ ਪਰ ਗੁਰੂ ਦੀਆਂ ਜਾਣ ਕੇ ਸਿੱਖ ਵਰਤੇ ਤੇ ਮੋਹਗ੍ਰਸਤ ਨਾ ਹੋ ਜਾਏ। ਇਸ ਲਈ ਮਹਾਰਾਜ ਨੇ ਆਪਣੇ ਸਿੱਖ ਦੇ ਮਨ ਚੋਂ ਮੋਹ ਮਮਤਾ ਦਾ ਨਾਸ਼ ਕੀਤਾ ਹੈ। ਸਤਿਗੁਰੂ ਪਾਤਸ਼ਾਹ ਮਿਹਰਾਂ ਕਰ ਦੇਵਣ, ਬਖਸ਼ਾਂ ਕਰ ਦੇਵਣ,
असी वस्तुआं नूं वरतीए पर अपनी हौमे करके नहीं भी मेरा है, मैं लियांदा, मैं कमाया, बल्कि इस भाव नाल कि हे गुरु तेरा है ते तू बख्शिया है, तू झोली च पाया। सिक्खी बनी रहिंदी है। सतगुरु पातशाह जी की मेहर होवे। बाकी विचार आप गुरु बख्शिश सदका कल सरवण करोगे। बहुत सारियां संगतां रांची तो कोई 150 के करीब भाई मनीष जी दे नाल तखत साहब की जियारत करने वास्ते शरधा सत्कार सहित पहुंचिया हुई हैं। उन्होंने अज सारे सत्कारयोग प्रधान जी का, जनरल सकत्तर जी का, सकत्तर जी का और दास का भी बहुत सन्मान किया है। इन्हां सारियां संगतां दा ही भाई मनीष जी का महाराज जी के तखत साहब वालों बहुत सन्मान है। गुरु साहिब इन्हां नूं सदा ही खुशियां बख्शी रखण। गुरबाणी टीवी जो है टाइम टीवी चढ़दी कला का, वो सवेरे 6 तो लैके 10 बजे तक लाइव टैलीकास्ट करता है सारी दुनिया में, और शामी 4:30 बजे तो लैके 8 बजे तक कथा की समाप्ति तक सारा लाइव टैलीकास्ट चलता है। आप सारे इसका लाभ प्राप्त कर रहे हो तो होर ज़्यादा आप संगतां महाराज जी के घर नाल जुड़ो। आने वाले दिनों में वड्डे समागम लिखे गए हैं और सरावां आदਿਕ का निर्माण हो रहा है, जिसलिए भेटावां संगतां दियां पहुँच रही हैं और होर संगतां अपनियां भेटावां भेज के महाराज दियां खुशियां दिन रात प्राप्त कर रही हैं। वड्डियां वड्डियां शख्सियतां सारियां गुरु निवाजियां हुईयां। सत्कारयोग जथेदार अवतार सिंह जी हित, मुख सेवादार तखत श्री हरमंदर जी पटना साहिब अते जनरल सकत्तर सरदार इंद्रजीत सिंह जी टाटा नगर वाले, भाई हरबंस सिंह जी खनूजा इत्यादक सारियां संगतां और प्रबंधक साहिबान महाराज जी के चरण परसण लई हाज़रियां भर रहे ने। थोड़ी जी सेहत ढिली है जथेदार सरदार अवतार सिंह हित होना दी, आप अरदास करो महाराज सच्चे पातशाह सेहत बख्शण, चढ़दी कला बख्शण ते महाराज जी की सेवा में। संगतां बहुत दूर दराज तो फोन करके पुछदियां ने भी उन्होंने कदों हाज़री भरनी है। बहुत पंथक दर्द, वेदना और गुरु पंथ का प्यार ते गुरु ग्रंथ साहब जी का सत्कार उन्होंने हिरदे विच महाराज जी ने दक के निवाजिया होया और सेवा विच रोम रोम करके समर्पित ने। गुरु पातशाह सब दियां हाज़रियां अपने घर विखे प्रवान करन। बारंबार सब दा हार्दिक तौर ते धन्नवाद, भुलां चुकां दी खिमा। आओ सारे मिल के 2 मिनट महामंत्र गुरमंत्र दे जाप नाल जुड़िए, फिर सारे मिल के अरदास ते फिर खिमा प्रार्थी होवांगे। कोई रसना वंझी ना रहे। वाहे गुरु 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 वाहे वाहे गुरु 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 वाहे वाहे गुरु वाहे वाहे गुरु वाहे गुरु वाहे गुरु वाहे गुरु वाहे गुरु वाहिगुरु जी का खालसा
ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।